ਸਤਿ ਸ੍ਰੀ ਅਕਾਲ ਦੋਸਤੋ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਗਿਲਜ ਮੈਂਟੋਰ ਦੇ ਆਫੀਸ਼ੀਅਲ YouTube ਚੈਨਲ ਤੇ। ਮਿਸ਼ਨ ਪੰਜਾਬ ਪਟਵਾਰੀ 2020 ਦਾ ਜੋ ਅਸੀਂ ਕ੍ਰੈਸ਼ ਕੋਰਸ ਸ਼ੁਰੂ ਕੀਤਾ ਹੈ, ਬਿਲਕੁਲ ਪੰਜਾਬ ਦੇ ਸਾਰੇ ਸਟੂਡੈਂਟਸ ਲਈ ਬਿਲਕੁਲ ਫ੍ਰੀ 'ਚ ਸਟੱਡੀ ਕਰਵਾਈ ਜਾ ਰਹੀ ਹੈ। ਤੁਸੀਂ ਜਿੱਥੇ ਵੀ ਬੈਠੇ ਹੋ ਪੰਜਾਬ ਦੇ, ਚਾਹੇ ਪਿੰਡਾਂ 'ਚ ਹੈ, ਸ਼ਹਿਰਾਂ 'ਚ ਹੈ, ਕੋਨੇ-ਕੋਨੇ ਤੇ, ਤਾਂ ਤੁਹਾਨੂੰ ਬਹੁਤ ਹੀ ਖੁਸ਼ੀ ਦੀ ਗੱਲ ਹੋਏਗੀ ਤੁਹਾਡੇ ਲਈ, ਔਰ ਤੁਹਾਨੂੰ ਖੁਸ਼ ਵੀ ਹੋਣਾ ਚਾਹੀਦਾ ਹੈ ਕਿ ਤੁਸੀਂ ਘਰ ਬੈਠੇ ਇੱਕ ਅੱਛੇ ਲੈਵਲ ਦੀ ਤਿਆਰੀ ਕਰ ਸਕੋਗੇ। ਜਿੰਨੇ ਵੀ ਸਟੂਡੈਂਟ ਸਾਡੇ ਇਸ ਕਲਾਸ ਦੇ ਵਿੱਚ ਜੁੜੇ ਹੋਏ ਨੇ, ਮੈਂ ਤੁਹਾਨੂੰ ਹੰਬਲ ਰਿਕੁਐਸਟ ਕਰਾਂਗਾ, ਪਲੀਜ਼ ਸ਼ੇਅਰ ਕਰ ਦਿਓ ਔਰ ਸਾਰੇ ਸਟੂਡੈਂਟਸ ਤੱਕ ਇਹਦੀ ਜਾਣਕਾਰੀ ਜਾਣੀ ਬਹੁਤ ਜ਼ਰੂਰੀ ਹੈ, ਕਿਉਂਕਿ ਪੋਸਟਾਂ ਤਾਂ ਡੈਫੀਨੇਟਲੀ ਆਉਣੀਆਂ ਹੀ ਆਉਣੀਆਂ, ਅੱਜ ਨਹੀਂ ਤਾਂ ਕੱਲ੍ਹ। ਇਸ ਗੱਲ ਦਾ ਬਿਲਕੁਲ ਵੀ ਸਾਨੂੰ ਸ਼ਿਕਵਾ ਨਹੀਂ ਹੋਣਾ ਚਾਹੀਦਾ, ਡਿਲੇ ਕਿਉਂ ਹੈ ਕਿਉਂ ਨਹੀਂ ਹੈ, ਬਟ ਥੋੜੀ ਤਿਆਰੀ ਕੰਟੀਨਿਊ ਕਰੋ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਦਿਨ 'ਚ ਘੱਟੋ ਘੱਟ ਵੀ ਜ਼ਿਆਦਾ ਨਹੀਂ ਤਾਂ 15-20 ਸਟੂਡੈਂਟਸ ਡੇਲੀ ਫੋਨ ਕਰਦੇ ਕਿ ਸਰ ਪਲੀਜ਼ ਆਫਲਾਈਨ ਕੋਚਿੰਗ ਕਰਵਾਉਣਾ ਸ਼ੁਰੂ ਕਰ ਦਿਓ। ਔਰ ਸਾਡੇ ਕੋਲ ਡੈਫੀਨੇਟਲੀ ਰਿਵਿਊ ਵੀ ਹੈ, ਚੰਡੀਗੜ੍ਹ ਦੇ ਵਿੱਚ ਬਹੁਤ ਸਾਰੀਆਂ ਕੋਚਿੰਗ ਦੇ ਅੰਦਰ ਬਹੁਤ ਸਾਰੇ ਬੱਚੇ ਐਡਵਾਂਸ ਤਿਆਰੀ ਕਰਨਾ ਸ਼ੁਰੂ ਕਰ ਚੁੱਕੇ ਨੇ। ਤਾਂ ਦੋਸਤੋ, ਬਿਲਕੁਲ ਵੀ ਜਿੰਨੇ ਵੀ ਤੁਸੀਂ ਬੈਠੇ ਹੋ ਕਿਤੇ ਨਾ ਕਿਤੇ ਇਹ ਚੀਜ਼ ਨੂੰ ਸੋਚਦੇ ਹੋ ਕਿ ਹਾਂਜੀ ਨੋਟੀਫਿਕੇਸ਼ਨ ਆਏਗਾ ਤਾਂ ਤਿਆਰੀ ਕਰਾਂਗੇ, ਤਾਂ ਬਹੁਤ ਵੱਡੀ ਭੁੱਲ ਕਰ ਰਹੇ ਹੋ। ਤਿਆਰੀ ਕਰਨ ਦੇ ਵਿੱਚ ਕਿਸੇ ਵੀ ਗੱਲ ਦਾ ਇਹ ਨਹੀਂ ਹੋਣਾ ਚਾਹੀਦਾ ਕਿ ਨੋਟੀਫਿਕੇਸ਼ਨ ਆਏਗਾ ਤਦ ਹੀ ਤਿਆਰੀ ਕਰਨੀ ਹੈ। ਫਿਲਹਾਲ ਤੁਹਾਨੂੰ ਤਿਆਰੀ ਅੱਜ ਕਰਨੀ ਚਾਹੀਦੀ ਹੈ, ਨੋਟੀਫਿਕੇਸ਼ਨ ਕੱਲ ਆਏਗਾ। ਤੁਹਾਡੀ ਤਿਆਰੀ ਬਿਲਕੁਲ ਬਹੁਤ ਅੱਛੇ ਲੈਵਲ ਦੀ ਹੋਣੀ ਜ਼ਰੂਰੀ ਹੈ, ਠੀਕ ਹੈ, ਕਿਉਂਕਿ ਕੰਪੀਟੀਸ਼ਨ ਤੁਹਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਹੋਏਗਾ। ਇੱਥੇ ਹਰ ਕੋਈ ਕੈਂਡੀਡੇਟ ਫਾਰਮ ਭਰੇਗਾ, ਤਾਂ ਸਾਡੀ ਜਿੰਨੀ ਅੱਛੀ ਤਿਆਰੀ ਹੋਏਗੀ ਉਨਾ ਹੀ ਅੱਛਾ ਸਾਡਾ ਰਿਜ਼ਲਟ ਨਿਕਲ ਕੇ ਆਏਗਾ। 1000 ਐਗਰੀਕਲਚਰ ਦੇ ਬੈਸਟ MCQ ਹੈ, ਉਹਨਾਂ ਦਾ ਅੱਜ ਪਾਰਟ 8ਵਾਂ ਹੋਏਗਾ। ਬਹੁਤ ਹੀ ਖੂਬਸੂਰਤ ਕਲਾਸ ਚੱਲੇਗੀ। ਔਰ ਜੇ ਤੁਸੀਂ ਚਾਹੁੰਦੇ ਤੁਹਾਡੇ ਤੱਕ ਇੱਦਾਂ ਹੀ ਸਰਕਾਰੀ ਅਸਾਮੀਆਂ, ਲੇਟੈਸਟ ਜਾਣਕਾਰੀ, ਪੇਪਰ ਦੇ ਸੰਬੰਧ, ਸਿਲੇਬਸ ਦੇ ਸੰਬੰਧ, ਇੰਪੋਰਟੈਂਟ ਅਪਡੇਟਸ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ, ਤਾਂ ਤੁਸੀਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਹੀਂ ਭੁੱਲਣਾ। ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਗਏ ਸਾਡੇ ਇੰਸਟਾਗ੍ਰਾਮ, ਟੈਲੀਗ੍ਰਾਮ, WhatsApp ਤੇ ਕਲਿੱਕ ਕਰਕੇ ਜੁੜ ਸਕਦੇ ਹੋ, ਜਿੱਥੇ ਇੰਪੋਰਟੈਂਟ ਅਪਡੇਟਸ ਤੁਹਾਨੂੰ ਟਾਈਮ ਟੂ ਟਾਈਮ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਔਰ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰਨਾ ਨਹੀਂ ਭੁੱਲਣਾ, ਕਿਉਂਕਿ ਅਸੀਂ ਮੈਕਸਿਮਮ ਸਟੱਡੀ ਮਟੀਰੀਅਲ ਉੱਥੇ ਹੀ ਸ਼ੇਅਰ ਕਰਦੇ ਹਾਂ। ਔਰ ਪੰਜਾਬ ਪਟਵਾਰੀ ਲਈ ਜੇ ਤੁਸੀਂ ਅਨਲਿਮਿਟਿਡ ਮੌਕ ਟੈਸਟ ਸੀਰੀਜ਼ ਚਾਹੁੰਦੇ ਹੋ ਤੇ ਠੀਕ ਹੈ, ਤਾਂ ਤੁਸੀਂ ਸਾਡੀ ਆਫੀਸ਼ੀਅਲ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ gilgementortest.com ਤੇ। ਔਰ ਪੰਜਾਬ ਦੇ ਲਈ PPSC ਅਤੇ ਪੰਜਾਬ ਦਾ ਜੋ ਕਾਨੂੰਗੋ ਦੀਆਂ ਪੋਸਟਾਂ ਆਉਣੀਆਂ ਉਹਨਾਂ ਦੇ ਲਈ ਵੀ ਟੈਸਟ ਸੀਰੀਜ਼ ਤੁਹਾਨੂੰ ਮਿਲ ਜਾਏਗੀ। ਸਟੇਟ ਬੈਂਕ ਆਫ ਇੰਡੀਆ ਦੇ ਕਲੈਰੀਕਲ ਲਈ ਟੈਸਟ ਸੀਰੀਜ਼ ਮਿਲ ਜਾਏਗੀ। ਬਹੁਤ ਸਾਰੇ ਐਗਜ਼ਾਮੀਨੇਸ਼ਨ ਦੀ ਤੁਹਾਨੂੰ ਇੱਥੇ ਸਟੱਡੀ ਮਟੀਰੀਅਲ ਦਿੱਤਾ ਜਾ ਰਿਹਾ ਹੈ, ਤਾਂ ਤੁਸੀਂ ਹੁਣੇ ਹੀ ਜਾ ਕੇ ਇਹਨੂੰ ਜੁਆਇਨ ਕਰ ਸਕਦੇ ਹੋ। ਇੱਕ ਛੋਟੀ ਜਿਹੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ ਕਿ ਦੋਸਤੋ, ਕਲਾਸਿਸ ਦਾ ਟਾਈਮ ਟੇਬਲ ਅਸੀਂ ਚੇਂਜ ਕਰਤਾ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਸਾਰੀਆਂ ਕਲਾਸਿਸ, ਕਿਉਂਕਿ 9 ਸਬਜੈਕਟ ਪੰਜਾਬ ਪਟਵਾਰੀ 'ਚ ਆਉਣੇ ਆ, ਉਹ 9 ਹੀ ਤੁਹਾਡੇ ਪੰਜਾਬ ਇਲੈਕਸ਼ਨ ਮਾਫ ਕਰਨਾ ਜਿਹੜਾ ਪਟਵਾਰੀ ਜੋ ਕਾਨੂੰਗੋ ਹੈ ਇਹਦੇ ਸੰਬੰਧ 'ਚ ਆਉਣਾ ਆ। ਔਰ ਇਸ ਕਾਨੂੰਗੋ ਪੋਸਟ ਦੇ ਵਿੱਚ ਵੀ ਸੇਮ ਸਿਲੇਬਸ ਰਹੇਗਾ ਆਲਮੋਸਟ, ਇਦਾਂ ਦੀ ਸਾਨੂੰ ਸੰਭਾਵਨਾ ਲੱਗ ਰਹੀ ਹੈ। ਬਟ ਫਿਲਹਾਲ ਵੀ ਸਾਡੇ ਕੋਲ ਨੋਟੀਫਿਕੇਸ਼ਨ ਆਏਗਾ, ਤਦ ਤੱਕ ਆਪਾਂ ਨੂੰ ਪ੍ਰੈਕਟਿਸ ਤਾਂ ਕਰਨੀ ਹੈ। ਤੇ ਉਹਦੇ ਸੰਬੰਧ 'ਚ ਸਾਰੇ ਲੈਕਚਰ ਸੀਗੇ ਉਹ ਇੱਕੋ ਚੈਨਲ ਤੇ ਪਰਟੀਕੂਲਰ ਨਹੀਂ ਆ ਪਾ ਰਹੇ ਸੀਗੇ, ਇਸ ਕਰਕੇ ਅਸੀਂ ਕੁਝ ਲੈਕਚਰ ਸਾਡੇ ਪੰਜਾਬ ਕੈਰੀਅਰ ਅੱਡਾ ਤੇ ਲਾਂਚ ਕਰਨ ਜਾ ਰਹੇ ਹਾਂ। ਅੱਜ ਹੀ ਸਬਸਕ੍ਰਾਈਬ ਕਰ ਲਓ, ਠੀਕ ਹੈ। ਇਹਦੇ ਲਿੰਕਸ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਣਗੇ। YouTube ਤੇ ਜਾ ਕੇ ਡਾਇਰੈਕਟ ਸਰਚ ਕਰ ਲਓ, ਬਿਲਕੁਲ ਵੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਪੰਜਾਬ ਕੈਰੀਅਰ ਅੱਡਾ ਸਰਚ ਕਰੋਗੇ, ਚੈਨਲ ਸਬਸਕ੍ਰਾਈਬ ਕਰ ਲਓਗੇ, ਲਿੰਕਸ ਤੁਹਾਨੂੰ ਮਿਲ ਜਾਣਗੇ। ਔਰ ਉੱਥੇ ਐਡੀਸ਼ਨਲ ਰੀਜ਼ਨਿੰਗ ਦੀਆਂ ਕਲਾਸਿਸ ਉੱਥੇ ਸ਼ੁਰੂ ਹੋ ਰਹੀਆਂ, ਔਰ ਅੱਜ ਹੀ ਜਾ ਕੇ ਸਾਰੇ ਲੈਕਚਰਸ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਔਰ ਦੱਸਣਾ ਚਾਹੁੰਦਾ ਹੈ ਕਿ ਇਸ ਪਾਰਟਿਕੂਲਰ ਸੈਸ਼ਨ ਦੇ ਵਿੱਚ ਬਹੁਤ ਹੀ ਖੂਬਸੂਰਤ ਕੁਐਸਚਨ ਹੋਣਗੇ, ਐਡੀਸ਼ਨਲ ਫੈਕਟਸ ਤੁਹਾਨੂੰ ਦਿੱਤੇ ਜਾਣਗੇ। ਚਲਿਏ, ਪਹਿਲਾ ਕੁਐਸਚਨ ਸਕਰੀਨ ਤੇ ਦਿੱਤਾ ਗਿਆ ਕਿ ਵਿਚ ਆਫ ਦਾ ਫੋਲੋਇੰਗ ਇਜ਼ ਨੌਨ ਫੂਡ ਕ੍ਰੌਪ, ਮਤਲਬ ਇਹਨਾਂ ਚੋਂ ਦੱਸਣਾ ਹੈ ਕਿ ਨੌਨ ਫੂਡ ਕ੍ਰੌਪ ਕਿਹੜਾ ਆ 5 ਆਪਸ਼ਨਾਂ ਚੋਂ। ਔਰ ਤੁਹਾਨੂੰ 4 ਆਪਸ਼ਨ ਦੇ ਰੱਖੇ ਹੈ, ਆਪਣਾ ਸਹੀ ਆਨਸਰ ਜੱਜ ਕਰੋ। ਨਹੀਂ ਆਉਂਦਾ ਤਾਂ ਮੇਰੇ ਪਾਰਟਿਕੂਲਰ ਵਰਡਸ ਨੂੰ ਸੁਣੋ ਗੌਰ ਨਾਲ, ਜਿੰਨੀਆਂ ਵੀ ਤੁਹਾਨੂੰ ਮੈਂ ਚੀਜ਼ਾਂ ਸਮਝਾਵਾਂਗਾ। ਦੋਸਤੋ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਨੌਨ ਫੂਡ ਕ੍ਰੌਪ ਮਤਲਬ ਕਿ ਜਿਹੜੇ ਕਿ ਫੂਡ ਕ੍ਰੌਪ ਦੇ ਵਿੱਚ ਨਹੀਂ ਆਉਂਦੇ ਆ। ਤਾਂ ਆਪਾਂ ਗੱਲ ਕਰਦੇ ਹਾਂ ਕਿ ਸਾਡੇ ਕੋਲ ਫੋਰੇਜ ਕ੍ਰੌਪ ਹੈ, ਇਹ ਫੂਡ ਕ੍ਰੌਪ ਹੈ, ਬਟ ਆਪਾਂ ਨੂੰ ਕਿਹੜਾ ਦੱਸਣਾ ਹੈ ਕਿ ਆਪਾਂ ਨੂੰ ਦੱਸਣਾ ਨੌਨ ਫੂਡ ਕ੍ਰੌਪ ਡੈਫੀਨੇਟਲੀ। ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਇੱਥੇ ਨੌਨ ਫੂਡ ਕ੍ਰੌਪ ਦੀ ਗੱਲ ਹੈ ਨਾ, ਤੇ ਫੋਰੇਜ ਕ੍ਰੌਪ ਹੈ, ਇਹ ਨੌਨ ਫੂਡ ਕ੍ਰੌਪ ਦੇ ਵਿੱਚ ਹੈ। ਕਲੀਅਰ ਹੈ। ਆਇਲ ਸੀਡ ਹੋ ਗਿਆ, ਫਾਈਬਰ ਕ੍ਰੌਪ ਹੋ ਗਿਆ, ਤਾਂ ਇਹਦਾ ਆਪਾਂ ਕਹਿ ਸਕਦੇ ਹਾਂ ਕਿ ਰਾਈਟ ਆਨਸਰ ਕੀ ਹੋਏਗਾ। ਚਲਿਏ, ਮੈਨੂੰ ਸਾਰੇ ਸਟੂਡੈਂਟਸ ਪਲੀਜ਼ ਕਮੈਂਟ ਕਰਕੇ ਦੱਸੋ, ਜਿੰਨੇ ਵੀ ਸਟੂਡੈਂਟਸ ਮੇਰੇ ਨਾਲ ਕਮੈਂਟਸ ਰੀਡ ਡੇਲੀ ਕਰਦੇ ਚੱਲਣਾ ਆ। ਕਮੈਂਟਸ ਬਹੁਤ ਇੰਪੋਰਟੈਂਟ ਹੈ। ਜੇ ਤੁਹਾਡੇ ਕਮੈਂਟਸ ਪ੍ਰੋਪਰਲੀ ਆਉਂਦੇ ਰਹਿਣਗੇ ਤਾਂ ਸਾਨੂੰ ਇੱਕ ਆਈਡੀਆ ਹੋਏਗਾ ਕਿ ਤੁਹਾਡੀ ਤਿਆਰੀ ਨੂੰ ਕਿੰਨੇ ਬਲਕਿ ਹੋਰ ਜ਼ਰੂਰਤ ਹੈ, ਔਰ ਕਿਸ ਸਟੈਂਡਰਡ ਦੀ ਤੁਹਾਡੀ ਤਿਆਰੀ ਚੱਲ ਰਹੀ ਹੈ, ਠੀਕ ਹੈ। ਵੈਰੀ ਗੁੱਡ, ਬਹੁਤ ਅੱਛੇ, ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਆਨਸਰ ਦੀ ਜ਼ਰੂਰਤ ਹੈ ਤਾਂ ਆਨਸਰ ਆਪਣਾ ਚੌਥਾ ਹੋ ਜਾਏਗਾ ਆਲ ਆਫ ਦੀਜ਼, ਮਤਲਬ ਕਿ ਫੋਰੇਜ ਕ੍ਰੌਪ ਹੋ ਗਿਆ, ਆਇਲ ਸੀਡਸ ਹੋ ਗਿਆ, ਫਾਈਬਰ ਕ੍ਰੌਪ ਹੋ ਗਿਆ, ਠੀਕ ਹੈ। ਇਹਦੇ ਆਪਸ਼ਨਸ ਹੋਣਗੇ। ਆਈ ਥਿੰਕ ਤੁਹਾਨੂੰ ਸਮਝ ਆ ਰਿਹਾ ਹੋਏਗਾ। ਜਾਂ ਡਿਫਰੈਂਸ ਸਮਝੋ, ਅਗਰ ਤੁਹਾਨੂੰ ਫੂਡ ਕ੍ਰੌਪ ਪੁੱਛਿਆ ਜਾਂਦਾ, ਫੂਡ ਕ੍ਰੌਪ ਉਹ ਹੁੰਦੇ ਨੇ ਜਿਨ੍ਹਾਂ ਤੋਂ ਆਪਾਂ ਨੂੰ ਉਹ ਚੀਜ਼ਾਂ ਮਿਲਦੀਆਂ ਜਿਨ੍ਹਾਂ ਨੂੰ ਆਪਾਂ ਖਾਂਦੇ ਹਾਂ। ਆਪਾਂ ਕਹਿ ਸਕਦੇ ਹਾਂ ਲਿਵਿੰਗ ਸਟੈਂਡਰਡ ਵਾਸਤੇ ਖਾਂਦੇ ਹਾਂ। ਲਾਈਕ ਜਿੱਦਾਂ ਆਪਾਂ ਗੱਲ ਕਰ ਲੈਂਦੇ, ਦੇਖੋ ਆਪਣੇ ਕੋਲੇ ਹੋ ਗਿਆ ਵੀਟ, ਮਤਲਬ ਕਣਕ ਹੋ ਗਿਆ। ਕਣਕ ਤੋਂ ਬਾਅਦ ਆਪਣੇ ਕੋਲੇ ਹੋ ਗਿਆ ਰਾਈਸ ਹੋ ਗਿਆ,
ठीक है। उस तो बाद देखो आप कह सकते हैं कि जवार हो गया जिन्होंने जॉबर के नाम तो जाना जाता है, बाजरा हो गया, ठीक है। इस तो बाद अपने को हो गया कि समाइल जिमें कि आप समॉल जिमें कि मिलेट्स कह दिंने हैं, ठीक है। इस तो इलावा जिन्ने भी अपने को सीरीयल्स हो गए जिमें सीरीयल के आ जाता है कि ग्रेन हो गए जिमें दालां वगैरह इदां दे लाइक ग्रेन्स हो गए ने, ठीक है। पल्सिस हो गया वा। उस तो बाद आप गल करते हैं वैजीटेबल्स और फ्रूट्स हो गया, ठीक है। और जिथों तक दी सी नॉन की गल, नॉन मतलब किहड़े किहड़े आ जाते हैं जिमें देखो कि ग्राउंड नट, ठीक है, ग्राउंड नट हो गया। इस तो इलावा कि आप कह सकते हैं कि लाइन सीड हो गया, ठीक है। नैक्सट हो गया अपने को रेप सीड हो गया, मस्टर्ड हो गया, ठीक है। जिन्हों तो बेसिकली की है कि वो सीड्स जिन्होंने आप कोल्हू च पीड़ के तेल कढ़ते हैं, जनरली आप ये भी चीज़ समझ सकते हैं, ठीक है। ये बेसिकली नॉन फूड क्रॉप आते हैं, याद रखना तुसीं। और फाइबर क्रॉप के जे तुहानूं पुछया जाता है तो तुसीं कॉटन कह सकते हो, तुसीं जूट कह सकते हो, और तुसीं की कह सकते हो नैक्सट तुहाडे कोल की हो जाएगा, मैस्टा हो जाएगा। आई थिंक तुहानूं समझ आ पा रहा होएगा, ठीक है दोस्तों। इन्हों याद रखो। इस तो इलावा सुगर कैन ਦੀ ਗੱਲ ਕਰਦੀ ਇਹ ਅਲੱਗ ਫਸਲਾਂ ਆ ਜਾਂਦੀਆਂ, ਠੀਕ ਹੈ। ਔਰ ਜੇ ਤੁਹਾਡੇ ਕੋਲੇ ਆ ਜਾਂਦਾ ਕਿ ਪਲਾਂਟੇਸ਼ਨ ਕ੍ਰੌਪ ਦੱਸੋ, ਪਲਾਂਟੇਸ਼ਨ ਕ੍ਰੌਪ ਦੇ ਵਿੱਚ ਆ ਜਾਂਦਾ ਤੁਹਾਡੇ ਕੋਲੇ ਟੀ, ਕਾਫੀ ਅਤੇ ਰਬਰ ਆ ਗਿਆ। ਆਈ ਥਿੰਕ ਤੁਹਾਨੂੰ ਡਿਟੇਲ ਸਮਝ ਆਈ ਹੋਗੀ ਕੁਐਸਚਨ ਦੀ, ਠੀਕ ਹੈ। ਇਹੋ ਜਿਹੇ ਕੁਐਸਚਨਸ ਤੁਹਾਨੂੰ ਐਗਜ਼ਾਮ ਦੇ ਅੰਦਰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਸਕਦੇ ਨੇ। ਆਈ ਹੋਪ ਤੁਹਾਨੂੰ ਹਰ ਇੱਕ ਕੁਐਸਚਨ ਦੀ ਡਿਟੇਲ ਬਹੁਤ ਇੰਪੋਰਟੈਂਟ ਜਾਣਨੀ ਬਹੁਤ ਜ਼ਰੂਰੀ ਹੋਏਗੀ, ਕਿਉਂਕਿ ਅਗਰ ਤੁਸੀਂ ਹਰ ਕੁਐਸਚਨ ਦੀ ਡਿਟੇਲ ਨਹੀਂ ਜਾਣੋਗੇ ਤਾਂ ਤੁਸੀਂ ਕੁਐਸਚਨ ਦੇ ਵਿੱਚ ਆਪਣਾ ਬਿਹਤਰ ਸਕੋਰ ਨਹੀਂ ਦੇ ਸਕਦੇ ਹੋ, ਠੀਕ ਹੈ। ਚਲਿਏ ਨੋਟ ਡਾਊਨ ਤੁਸੀਂ ਕਰ ਲਿਆ ਹੋਏਗਾ। अगले क्वेश्चन ते वधदे आपां, नैक्सट क्वेश्चन की गल करते हैं। नैक्सट क्वेश्चन तुहानूं डिटेल वाइज दे रखे, क्वेश्चन नंबर 42 ते देखते हैं। डैश 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 इज़ द साइंस ऑफ मलबेरी कल्टीवेशन फॉर द सिल्क प्रोडक्शन, मतलब कि साइंस ऑफ मलबेरी दसना कल्टीवेशन फॉर द सिल्क प्रोडक्शन वास्ते की है। नोट डाउन तुसीं कर सकते हो, चीज़ां तुहानूं इत्थे 5 ऑप्शन दिते गए हैं। इहदा सही ऑप्शन की होएगा, मैरीकल्चर ऑप्शन नंबर 3 बिल्कुल राइट होएगा। मैरीकल्चर की है, मैरीकल्चर एक साइंस ऑफ मलबेरी है कल्टीवेशन फॉर द सिल्क प्रोडक्शन, बिकॉज क्योंकि ये सिल्क वॉर्म रियर ऑन इट है, सिल्क वॉर्म है ना ਜਿਹੜੇ ਰੀਅਰ ਔਨ ਇਟ ਹੈ, ਠੀਕ ਹੈ। ਹੁਣ ਇਹਦੇ 'ਚ ਤੁਸੀਂ ਇਹ ਵੀ ਯਾਦ ਰੱਖਣਾ ਹੈ। ਦੇਖੋ ਮੈਂ ਤੁਹਾਨੂੰ ਟਾਸਕ ਦਵਾਂਗਾ ਜਿਵੇਂ ਕਿ ਬਲੂ ਰੈਵੋਲੂਸ਼ਨ ਕੀ ਹੈ, ਗ੍ਰੀਨ ਰੈਵੋਲੂਸ਼ਨ ਕੀ ਹੈ, ਸਿਲਵਰ फाइबर रेवोल्यूशन की है, सिल्वर डायरेक्ट रेवोल्यूशन की है, फिर इस तो इलावा ਤੁਹਾਨੂੰ गोल्डन फाइबर पूछा जा सकता रेवोल्यूशन की है, और गोल्डन रेवोल्यूशन की है। इस तो इलावा ਤੁਹਾਡੇ ਕੋਲ ਰੈੱਡ रेवोल्यूशन की हो गया, ਤੁਹਾਡੇ ਕੋਲ वाइट रेवोल्यूशन की हो गया। ये सारे ਤੁਹਾਨੂੰ एडिशनल चीज़ां याद होनी चाहिए, ठीक है। चलो जी दोस्तों, ये ਤੁਹਾਨੂੰ PDFs भी अवेलेबल हो जाएंगे, साडी वैबसाइट पर भी विजिट कर सकते हो, उत्थे ਅਸੀਂ स्टडी मटीरियल रेगुलरली अपडेट कर रहे हैं। बाय द वे लेट भी हो जाइए तो यार काम ज़्यादा है, बंदे घट है, सिंपल जी कहानी है, ठीक है, सीधी जी गल है, ठीक है। तो यार ओबीयस गल है, टाइम लगता है। नैक्सट क्वेश्चन है, विच टाइप ऑफ सोइल आर फाउंड इन द नॉर्दन पार्ट ऑफ गुजरात, मतलब कि गुजरात के नॉर्दन पार्ट दे विच किस प्रकार का सोइल पाया जाता, फाउंड किया गया वा। तो याद रखना है पंजाब दे विच भी मैक्सीमम डिस्ट्रिक्ट्स के अंदर भी अलूवालिया, मतलब नॉट ए अलूवियल, जो अलूवियल है ना, अलूवियल सॉइल है, ये मिट्टी पाई जाती है। पंजाब दे विच ब्लैक मिट्टी नहीं पाई जाती। तुहानूं एग्जाम च पूछा जा सकता है कि पंजाब दे विच किस तरीके की मिट्टी नहीं पाई जाती, तो काली मिट्टी अपने पंजाब सूबे दे विच नहीं है, ठीक है दोस्तों। ये नाल पंजाब जीके की लगातार 3 तो 4 घंटिया की एक बंपर क्लास लैके बहुत जल्दी मैं हाजिर होवांगा, और बहुत ही खतरनाक तरीके के आप सारे कंसैप्ट नूं पंजाब के जीके नूं कवर करांगे। इस तो इलावा थोनों कितों भी कुछ पढ़न की जरूरत नहीं पएगी, जितों तक दे पंजाब पटवारी पेपर की गल है, ठीक है। क्योंकि इन्हें एग्जामिनेशन के जिन्ने भी चाहे ऑर्नामेंट्स ने, चाहे पंजाब की हिस्टरी है, चाहे साडे 10 गुरु जी ने, इस तो इलावा जिन्ने भी पंजाब दे विच मंदिर ने, मस्जिद्स ने, इस तो इलावा पंजाब दे विच धार्मिक जगह आ, उस तो इलावा जिवें फसलों की गल करिए, पंजाब का हिस्टरी, पॉलिटी, जोग्राफी जिन्ना भी होएगा, जिन्ने भी क्वेश्चनस पूछे जा रहे हैं, बहुत ही जबरदस्त तरीके का एक सैशन तुहाडे तक लैके मैं पहुँचागा। मैनूं उम्मीद है तुसीं इन्ना ही खूबसूरत प्यार अपना दोगे, बस टीचर नूं जरूरत होंदी एक रिस्पैक्ट दी, ठीक है। जिद्दां कि एक सिंगर गाना गाउंदा स्टेज ते पिछों बस ललकर मार दो, एक सीटी मार दो, बल्ले जी बल्ले बहुत वधिया, तो बस उस सिंगर नूं इदां लगदा कि मैं बहुत वधिया कर रहा वां। ते हर काम दे विच एक हलाशेरी बहुत जरूरी है, बस ठीक है। देखो गल करते हैं कि अलूवियल जी सॉइल हैगी है, बेसिकली की है कि मेनली ड्यू, मतलब ये सिल्ट डिपोजिटेड हैगी है इंडो, जिन्हों आप कह सकते हैं कि बेसिकली एक चीज़ होर भी याद रखो, खास तौर पर इसनों एक ना इंडो आप कह सकते कि गैंगेटिक बोलिया जाता है, क्योंकि ब्रह्मपुत्र रिवर है ना, उहदे नाल ये गंगास के किनारे ते बहुत ज़्यादा इदां दी मिट्टी पाई जाएगी थोनों, ठीक है। तो अलूवियल सॉइल है बेसिकली ये जिहड़ी है नर्मदा, ताप्ती,
ठीक है। नर्मदा ताप्ती रिवर है ना, ये गुजरात ਦੇ ਵਿੱਚ ਜਾਂਦੀ ਹੈ ਤੇ ਨਰਮਦਾ ਯਾਨੀ ਮੱਧ ਪ੍ਰਦੇਸ਼ ਤੋਂ ਚੱਲ ਕੇ ਗੁਜਰਾਤ ਚ ਆਉਂਦੀ ਹੈ ਤੇ ਇਹਨਾਂ ਦੇ ਨਾਲ ਜਿੰਨੀ ਵੀ ਹੈ ਤੇ ਗੁਜਰਾਤ ਦੇ ਨਾਰਦਰਨ ਪਾਰਟ ਦੇ ਵਿੱਚ ਇਹ ਅਲੂਵੀਅਲ ਸੋਇਲ ਹੈ, ਮਿੱਟੀ ਹੈ, ਪਾਈ ਜਾਂਦੀ ਹੈ। ਮੈਂ ਤੁਹਾਨੂੰ ਡਿਟੇਲ ਸਾਰੀ ਦੱਸਤੀ ਹੈ, ਮੈਨੂੰ ਸਮਝ ਆ ਰਿਹਾ ਹੋਏਗਾ ਕਿ ਤੁਹਾਨੂੰ ਵੀ ਚੀਜ਼ਾਂ ਸਮਝ ਆ ਰਹੀਆਂ ਹੋਣੀਆਂ। ਚਲਿਏ ਨੈਕਸਟ ਕੁਐਸਚਨ ਦੇਖ ਲੈਂਦੇ ਹਾਂ। ਬਲੈਕ ਸੋਇਲ ਆਰ ਨਾਟ ਫਾਊਂਡ ਇਨ ਵਿਚ ਸਟੇਟ ਆਫ ਇੰਡੀਆ, ਠੀਕ ਹੈ, ਤੇ ਕਿਹੜੇ ਸਟੇਟ ਦੇ ਵਿੱਚ ਨਹੀਂ ਹੈ। ਬੇਸਿਕਲੀ ਜੇ ਇੱਥੇ ਪੰਜਾਬ ਸੂਬਾ ਹੁੰਦਾ ਤਾਂ ਆਪਾਂ ਪੰਜਾਬੀ ਕਹਿ ਦਿੰਦੇ, ਪਰੰਤੂ ਪੰਜਾਬ ਤੋਂ ਬਾਹਰ ਦੀ ਗੱਲ ਕਰਦੇ ਹਾਂ, ਝਾਰਖੰਡ ਆਨਸਰ ਟਿਕ ਕਰ ਦਿਓ, ਠੀਕ ਹੈ। ਝਾਰਖੰਡ ਦੇ ਵਿੱਚ ਮੈਕਸਿਮਮ ਕੀ ਹੈ ਕਿ ਕੋਇਲਾ, ਲੇਕਿਨ ਕਾਲੀ ਮਿੱਟੀ ਨਹੀਂ ਹੈ, ਠੀਕ ਹੈ। ਤਾਂ ਬੇਸਿਕਲੀ ਕੀ ਹੈ ਕਿ ਆਪਾਂ ਜੇ ਗੱਲ ਕਰੀਏ ਓਵਰਆਲ, ਇੱਥੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਆਪਣੇ ਕੋਲੇ ਐਲੂਵੀਅਲ ਸੋਇਲ ਹੈ, ਐਲੂਵੀਅਲ ਸੋਇਲ ਦੀ ਗੱਲ ਕਰਦੇ ਹਾਂ ਤਾਂ 46 ਲੱਖ, ਨੋਟ ਕਰੋ 46 ਲੱਖ ਸਕੁਆਇਰ ਕਿਲੋਮੀਟਰ ਦੇ ਵਿੱਚ ਤਕਰੀਬਨ 16.6% ਆਫ ਟੋਟਲ ਏਰੀਆ, 16.6% ਆਫ ਟੋਟਲ ਏਰੀਆ ਦੇ ਵਿੱਚ ਪਾਈ ਜਾਂਦੀ ਹੈ। ਤੁਸੀਂ ਤੁੱਕਾ ਵੀ ਮਾਰਨਾ ਤੇ ਕਹਿ ਸਕਦੇ ਹੋ, ਜਿਵੇਂ ਕਿ ਐਕਰੋਸ ਮਹਾਰਾਸ਼ਟਰ, ਮੱਧ ਪ੍ਰਦੇਸ਼, ਉਸ ਤੋਂ ਇਲਾਵਾ ਮੱਧ ਪ੍ਰਦੇਸ਼ ਪਾਰਟ ਆਫ ਜਿਵੇਂ ਕਰਨਾਟਕਾ ਹੋ ਗਿਆ, ਤੇਲੰਗਾਨਾ ਹੋ ਗਿਆ, ਆਂਧਰਾ ਪ੍ਰਦੇਸ਼, ਗੁਜਰਾਤ ਐਂਡ ਤਮਿਲਨਾਡੂ ਦੇ ਵਿੱਚ ਇਹ ਐਲੂਵੀਅਲ ਹੈ। ਬਾਕੀ ਜਗ੍ਹਾ ਆਪਾਂ ਇੱਥੇ ਬੇਸਿਕਲੀ ਆਪਾਂ ਨੂੰ ਕੀ ਪੁੱਛਿਆ ਸੀ ਕਿ ਨਾਟ ਫਾਊਂਡ ਏ ਬਲੈਕ ਸੋਇਲ, ਤੇ ਝਾਰਖੰਡ ਬਿਲਕੁਲ ਰਾਈਟ ਆਨਸਰ ਦਾ ਠੀਕ ਠਾਕ ਹੋਏਗਾ। ਚਲਿਏ ਅਗਲਾ ਕੁਐਸਚਨ ਲਾ ਲੈਂਦੇ ਆਪਾਂ। ਨੈਕਸਟ ਕੁਐਸਚਨ ਤੇ ਕੀ ਜਾਣਕਾਰੀ ਦਿੱਤੀ ਗਈ ਹੈ। ਰੈੱਡ ਸੋਇਲ ਆਰ ਫਾਊਂਡ ਇਨ, ਰੈੱਡ ਸੋਇਲ ਕਿੱਥੇ ਪਾਈ ਜਾਂਦੀ ਹੈ। ਤਾਂ ਰੈੱਡ ਸੋਇਲ ਦੇਖੋ, ਰੈੱਡ ਸੋਇਲ ਦੀ ਗੱਲ ਕਰਦੇ ਹਾਂ ਨਾ, ਲਾਲ ਜੀ ਮਿੱਟੀ ਕਿੱਥੇ ਹੈ, ਤਾਂ ਲਾਲ ਜੀ ਮਿੱਟੀ ਹੈਗੀ ਹੈ ਉੜੀਸਾ ਦੇ ਵਿੱਚ ਹੈ। ਤਾਂ ਨੋਟ ਕਰ ਲਓ ਉੜੀਸਾ ਦੇ ਵਿੱਚ ਹੈ, ਕਿੱਥੇ ਹੈ, ਉੜੀਸਾ ਦੇ ਵਿੱਚ ਹੈ, ਠੀਕ ਹੈ। ਤਾਂ ਮਤਲਬ ਕੀ ਹੈ ਕਿ ਜਦੋਂ ਮਤਲਬ ਲਾਲ ਬੱਤੀਆਂ ਹੋਣ ਨਾ ਉਦੋਂ ਦਿਸ਼ਾ ਠੀਕ ਨਹੀਂ ਹੁੰਦੀ ਹੈ। ਤਾਂ ਨੋਟ ਤੁਸੀਂ ਕਰ ਲਓ, ਜਦੋਂ ਮਤਲਬ ਲਾਲ ਬੱਤੀਆਂ ਹੋਣ ਦਿਸ਼ਾ ਠੀਕ ਨਹੀਂ ਹੁੰਦੀ, ਤਾਂ ਇੱਥੋਂ ਤੁਹਾਨੂੰ ਲਾਲ ਮਿੱਟੀ ਤੋਂ ਦਿਸ਼ਾ ਯਾਦ ਰਹੇਗਾ, ਦਿਸ਼ਾ ਫॉर ਉੜੀਸਾ ਯਾਦ ਰਹੇਗਾ। ਆਈ ਥਿੰਕ ਬਹੁਤ ਇੰਪੋਰਟੈਂਟ ਸੈਸ਼ਨ ਹੈ, ਇੰਪੋਰਟੈਂਟ ਸੈਸ਼ਨ ਨੂੰ ਸ਼ੇਅਰ ਕਰਦੇ ਚਲੋ ਨਾਲ ਦੀ ਨਾਲ, ਠੀਕ ਹੈ। ਚਲਿਏ ਰੈੱਡ ਸੋਇਲ ਦੀ ਗੱਲ ਕਰਦੇ ਨਾ, ਆਲਮੋਸਟ ਹੀ ਕਵਰ ਕਰਦਾ ਹੋਲ ਆਫ ਤਮਿਲਨਾਡੂ ਏਰੀਆ ਹੋ ਗਿਆ, ਤਮਿਲਨਾਡੂ ਦੇ ਨਾਲ ਆਂਧਰਾ ਪ੍ਰਦੇਸ਼ ਹੋ ਗਿਆ, ਫਿਰ ਛੱਤੀਸਗੜ੍ਹ ਹੋ ਗਿਆ, ਫਿਰ ਉਹਦੇ ਨਾਲ ਕਰਨਾਟਕਾ ਹੋ ਗਿਆ। ਟ੍ਰਿਕ ਨਾਲ ਤੁਹਾਨੂੰ ਮੈਂ ਯਾਦ ਕਰਾਉਣਾ, ਚਲੋ ਦੇਖੋ ਕਿਵੇਂ ਯਾਦ ਕਰਨਾ ਤੁਸੀਂ। ਰੈੱਡ ਦਾ ਮਤਲਬ ਕਿ ਖਤਰਾ ਹੁੰਦਾ, ਲਾਲ ਹੁੰਦਾ ਹੈ, ਠੀਕ ਹੈ। ਹੁਣ ਤੁਸੀਂ ਕਿਵੇਂ ਇਹਨੂੰ ਯਾਦ ਕਿਵੇਂ ਕਰੋਗੇ, ਨਿਮੋਨਿਕ। ਇਹਦਾ ਸਹੀ ਆਨਸਰ ਤੁਹਾਨੂੰ ਕੀ ਦੱਸਿਆ, ਇਹਦਾ ਆਨਸਰ ਦੱਸਿਆ ਉੜੀਸਾ। ਹੁਣ ਤੁਸੀਂ ਯਾਦ ਰੱਖਣਾ ਵੀ 36 ਮਤਲਬ 36 ਕੀ ਕੀਤੇ ਨਾ, ਲਾਲ ਲੱਡੂ ਖਾਦੇ ਹੈ। ਕੀ ਖਾਦੇ ਹੈ, ਲੱਡੂ ਖਾਦੇ ਹੈ। ਔਰ ਲਾਲ ਲੱਡੂ ਖਾ ਕੇ ਮਤਲਬ ਅੰਨੇ ਲੋਕਾਂ ਨੇ 36 ਲੱਡੂ ਖਾ ਕੇ ਨਾ ਤੇ ਨਾਟਕ ਕਰਨ ਲੱਗ ਗਏ, ਕਹਿੰਦੇ ਸਾਡੇ 'ਚ ਤਾਂ ਮਤਲਬ ਮਹਾਦੇਵ ਆ ਗਿਆ, ਸਾਡੇ 'ਚ ਤਾਂ ਕੀ ਆ ਗਿਆ, ਮਹਾਦੇਵ ਆ ਗਿਆ। ਹੁਣ ਦੇਖੋ 36 ਦਾ ਮਤਲਬ ਹੋ ਗਿਆ ਛੱਤੀਗੜ੍ਹ, ਠੀਕ ਹੈ, ਤੇ ਨਾਟਕ ਕਰਨ ਲੱਗੇ ਕਰਨਾਟਕਾ ਹੋ ਗਿਆ, ਠੀਕ ਹੈ। ਔਰ ਅੰਨਿਆਂ ਦਾ ਮਤਲਬ ਹੋ ਗਿਆ ਆਂਧਰਾ ਪ੍ਰਦੇਸ਼ ਹੋ ਗਿਆ, ਔਰ ਲੱਡੂ ਦਾ ਮਤਲਬ ਹੋ ਗਿਆ ਤਮਿਲਨਾਡੂ, ਕੀ ਹੋ ਗਿਆ, ਤਮਿਲਨਾਡੂ। ਔਰ ਮਹਾਦੇਵ ਦਾ ਮਤਲਬ ਹੈ ਮਹਾਰਾਸ਼ਟਰ। ਚੱਕੋ ਜੀ, ਤੁਹਾਨੂੰ ਯਾਦ ਕਰਾਤਾ। ਮਤਲਬ ਕਿ ਲਾਲ ਮਿੱਟੀ ਦੇ ਬਣੇ ਹੋਏ ਲੱਡੂ 36 ਲੱਡੂ ਖਾ ਕੇ ਅੰਨੇ ਲੋਕ ਨਾਟਕ ਕਰਨ ਲੱਗ ਗਏ, ਕਹਿੰਦੇ ਸਾਡੇ 'ਚ ਤਾਂ ਮਹਾਦੇਵ ਆ ਗਿਆ, ਠੀਕ ਹੈ। ਤਾਂ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਜ਼ਿਆਦਾ ਯਾਦ ਰਹਿਣਗੀਆਂ, ਕਿਉਂਕਿ ਮੈਕਸਿਮਮ ਸਾਨੂੰ ਪਤਾ ਊਟ ਪਟਾਂਗ ਦੀਆਂ ਗੱਲਾਂ ਨਾ ਜ਼ਿਆਦਾ ਦਿਮਾਗ 'ਚ ਰਹਿੰਦੀਆਂ। ਚਲੋ ਵੀ ਅਗਲਾ ਕੁਐਸਚਨ ਦੇਖਦੇ ਹਾਂ। ਕੁਐਸਚਨ ਨੰਬਰ 46ਵਾਂ ਹੈ, ਵਿਚ ਟਾਈਪ ਆਫ ਸੋਇਲ ਇਜ਼ ਮੋਸਟ ਸੁਟੇਬਲ ਫॉर ਕੋਟਨ ਕਲਟੀਵੇਸ਼ਨ। ਕੋਟਨ ਕਲਟੀਵੇਸ਼ਨ ਵਾਸਤੇ ਮੋਸਟ ਸੁਟੇਬਲ ਕਿਹੜੀ ਸੋਇਲ ਹੈਗੀ ਹੈ। ਇੱਥੇ 5 ਆਪਸ਼ਨ ਤੁਹਾਨੂੰ ਦਿੱਤੇ ਗਏ ਨੇ। ਬੇਸਿਕਲੀ ਯਾਦ ਰੱਖਿਓ ਕਿ ਕੋਟਨ ਵਾਸਤੇ ਸਭ ਤੋਂ ਸੁਪਰ ਮਿੱਟੀ ਹੈ ਜਿਹੜੀ, ਉਹ ਹੈਗੀ ਹੈ ਕਾਲੀ ਮਿੱਟੀ, ਸੋਇਲ ਮਿੱਟੀ, ਠੀਕ ਹੈ। ਬਲੈਕ ਜਿਹੜੀ ਹੈਗੀ ਹੈ, ਬਲੈਕ ਮਿੱਟੀ ਆਪਾਂ ਕਵਾਂਗੇ, ਕਾਲੀ ਮਿੱਟੀ ਹੈ। ਹੁਣ ਗੱਲ ਕਰਦੇ ਹਾਂ ਕਿ ਕਾਲੀ ਜਿਹੜੀ ਸੋਇਲ ਹੈ ਨਾ, ਇਹ ਆਪਾਂ ਕਹਿ ਸਕਦੇ ਕਿ ਰਿਚ ਇਨ ਕੈਮੀਕਲ ਹੁੰਦੀ ਹੈ, ਕਿਉਂਕਿ ਇਹਦੇ 'ਚ ਕੀ ਹੁੰਦਾ ਕਿ ਪ੍ਰੋਪਰਟੀਜ਼ ਐਂਡ ਦਾ ਵੈਰੀ ਸੁਟੇਬਲ ਆਫ ਦਾ ਗਰੋਥ ਆਫ ਕੋਟਨ ਵਾਸਤੇ ਹੁੰਦਾ। ਜਿਵੇਂ ਕਿ ਲਾਲ ਮਿੱਟੀ ਦੀ ਗੱਲ ਕਰੀਏ, ਕੋਟਨ ਬਹੁਤ ਜ਼ਿਆਦਾ ਹੁੰਦਾ ਇਹਦੇ 'ਚ, ਜਵਾਰ ਬਹੁਤ ਹੁੰਦੀ ਹੈ, ਵੀਟ ਬਹੁਤ ਜ਼ਿਆਦਾ ਹੁੰਦੀ ਹੈ, ਠੀਕ ਹੈ। ਫਿਰ ਇਹਦੇ 'ਚ ਲਾਈਨ ਸੀਡ ਹੋ ਗਿਆ, ਗਰਾਊਂਡਨਟ ਹੈ, ਔਰ ਗ੍ਰੇਨ ਬਹੁਤ ਜ਼ਿਆਦਾ ਹੁੰਦਾ ਹੈ, ਠੀਕ ਹੈ। ਤਾਂ ਤੁਸੀਂ ਯਾਦ ਰੱਖਣਾ ਹੈ ਕਿ ਜਿਹੜੀ ਬਲੈਕ ਮਿੱਟੀ ਹੈ, ਬਲੈਕ ਮਿੱਟੀ ਬੇਸਿਕਲੀ ਕੀ ਹੈ ਨਾ ਕਿ ਇਹ ਇੱਕ ਕੀ ਹੈ ਕਿ ਰਿਚ ਇਨ ਕੈਮੀਕਲ, ਇਹਦੇ 'ਚ ਕੈਮੀਕਲ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਇਹ ਵੀ ਤੁਸੀਂ ਨੋਟ ਰੱਖਣਾ ਹੈ। ਲੇਕਿਨ ਜੇ ਪੁੱਛਿਆ ਜਾਵੇ ਪੰਜਾਬ 'ਚ, ਤਾਂ ਪੰਜਾਬ 'ਚ ਬਲੈਕ ਮਿੱਟੀ ਬਾਰੇ ਡਿਟੇਲ ਸਾਨੂੰ ਜ਼ਿਆਦਾ ਨਹੀਂ ਮਿਲੇਗੀ, ਠੀਕ ਹੈ। ਚਲਿਏ ਅਗਲਾ ਕੁਐਸਚਨ ਦੇਖਦੇ ਹਾਂ। ਕੁਐਸਚਨ ਨੰਬਰ ਹੈ 47ਵਾਂ, ਵਿਚ ਸੋਲ ਇਜ਼ ਨਾਟ ਸੁਟੇਬਲ ਫॉर ਐਗਰੀਕਲਚਰ। ਐਗਰੀਕਲਚਰ ਵਾਸਤੇ ਕਿਹੜੀ ਮਿੱਟੀ ਬਿਲਕੁਲ ਲਾਭਦਾਇਕ ਮੈਂ ਕਹਿ ਸਕਦਾ ਜਾਂ ਕਾਮਯਾਬ ਕਿਹੜੀ ਹੈ ਨਹੀਂਗੀ, ਠੀਕ ਹੈ। 5 ਆਪਸ਼ਨ ਤੁਹਾਨੂੰ ਦਿੱਤੇ ਗਏ ਨੇ, ਫਟਾਫਟ ਦੱਸੋ ਮੈਨੂੰ ਕਮੈਂਟ ਕਰਕੇ ਵੀ ਇਹਦਾ ਆਨਸਰ ਕੀ ਹੋ ਸਕਦਾ ਹੈ। ਇੰਪੋਰਟੈਂਟ ਹੈ ਯਾਰ, टाइम नहीं बिल्कुल भी लाना, ठीक है, बिल्कुल भी टाइम नहीं लाना मेरे दोस्तों, इंपॉर्टेंट सवाल है यार, जल्दी जल्दी कम ऑन क्विकली जिन्ने भी स्टूडेंट और सैशन शेयर करो, नाल दी नाल शेयर करो, नहीं तो मैं इत्थे सैशन ऑफ कर देना, इत्थे ही सैशन ऑफ हो जाएगा जे शेयर तुसीं ना कीता, फिर फायदा की है यार, मैनू मैक्सिमम स्ट्रेंथ ऑफ स्टूडेंट्स होना चाहिए। क्लासेस के टाइम चेंज किए गए हैं, ठीक है। थोड़ी क्लास हुण करंट अफेयर की मॉर्निंग 6 बजे रहा करेगी डेली,
9 ਵਜੇ ਤੁਹਾਡੀ ਐਗਰੀਕਲਚਰ ਔਰ ਇਹਦੇ ਨਾਲ ਐਡੀਸ਼ਨਲ ਮੈਥ ਦੀ ਕਲਾਸ ਰਿਹਾ ਕਰੇਗੀ, ਆਲਟਰਨੇਟ ਤੁਹਾਨੂੰ ਮਿਲਿਆ ਕਰੇਗੀ ਕਲਾਸ, ਔਰ ਆਲਰੇਡੀ ਤੁਹਾਨੂੰ ਉਦੋਂ ਲਗਭਗ 12 ਘੰਟੇ ਪਹਿਲਾਂ ਪਤਾ ਲੱਗ ਹੀ ਜਾਂਦਾ ਹੈ। ਇਸ ਤੋਂ ਇਲਾਵਾ ਤੁਹਾਡੀ 11 ਵਜੇ ਕਲਾਸ ਜੋ ਪਹਿਲਾਂ ਜੀਕੇ ਦੀ ਹੁੰਦੀ ਸੀ, ਇੱਥੇ ਹੁਣ ਕਲਾਸ ਅਕਾਊਂਟ ਦੀ ਰਿਹਾ ਕਰੇਗੀ, ਕਿਉਂਕਿ ਅਕਾਊਂਟ ਦੇ ਚੈਪਟਰਸ ਅਸੀਂ ਕਵਰ ਕਰਨੇ ਬਹੁਤ ਜ਼ਰੂਰੀ ਹੈ। 3 ਵਜੇ ਤੁਹਾਡੀ ਅੰਗਰੇਜ਼ੀ ਦੀ ਕਲਾਸ ਰਿਹਾ ਕਰੇਗੀ, ਅਤੇ 6 ਵਜੇ ਤੁਹਾਡੀ ਕੰਪਿਊਟਰ ਦੀ ਕਲਾਸ, ਔਰ 8 ਵਜੇ ਤੁਹਾਡੀ ਕਲਾਸ ਯਾਨੀ ਜੀਕੇ ਦੀ ਰਿਹਾ ਕਰੇਗੀ ਪਰ ਦਿਨ। ਇੰਪੋਰਟੈਂਟ ਚੀਜ਼ਾਂ ਨੋਟ ਕਰ ਡਾਊਨ ਕਰ ਲਓ, ਇੰਪੋਰਟੈਂਟ ਹੈ, ਠੀਕ ਹੈ। ਬਾਕੀ ਜੇ ਕਲਾਸ ਹੋਰ ਵੀ ਜ਼ਰੂਰਤ ਪਈ ਤਾਂ ਵਿੱਚ ਆਪਾਂ ਚਲਾ ਦਾਂਗੇ, ਕੋਈ ਚਿੰਤਾ ਕਰਨ ਵਾਲੀ ਗੱਲ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਇਸ ਪਾਰਟਿਕੂਲਰ ਕੁਐਸਚਨ ਦੇ ਆਪਸ਼ਨ ਵਾਸਤੇ ਜਾਣਦੇ ਹਾਂ। ਆਪਸ਼ਨ ਜਿਹੜਾ ਸਾਡਾ ਹੋਏਗਾ ਆਪਾਂ ਕਵਾਂਗੇ ਇਹਦਾ, ਠੀਕ ਹੈ, ਇਹਦਾ ਯਾਦ ਰੱਖਣਾ ਕਿ ਲੈਟੇਰਾਈਟ ਜਿਹੜੀ ਹੈਗੀ ਹੈ ਸੋਇਲ, ਇਹ ਸਭ ਤੋਂ ਜ਼ਿਆਦਾ ਮੈਂ ਕਹਿ ਸਕਦਾ ਕਿ ਐਗਰੀਕਲਚਰ ਵਾਸਤੇ ਸੁਟੇਬਲ ਨਹੀਂ ਹੈ। ਬਈ ਕਿਉਂ ਨਹੀਂ ਹੈ? ਕਿਉਂਕਿ ਬੇਸਿਕਲੀ ਕੀ ਹੈ ਨਾ ਕਿ ਇੱਕ ਇਹ ਉਹ ਮਿੱਟੀ ਹੈਗੀ ਜਿਹਦੇ ਵਿੱਚ ਪੱਥਰਾਂ ਦੀ ਬੱਜਰੀ ਨਹੀਂ ਹੁੰਦੀ, ਬੇਸਿਕਲੀ ਆਪਾਂ ਕਹਿੰਦੇ ਨੇ ਬੱਜਰੀ ਹੁੰਦੀ ਹੈ, ਠੀਕ ਹੈ। ਜਿਵੇਂ ਪੁਰਾਣੇ ਆਪਾਂ ਹੜੱਪਾ ਵਗੈਰਾ ਸੱਭਿਅਤਾ ਦੇ ਵਿੱਚ ਮਤਲਬ ਮਿਲਦੀ ਹੈ, ਜਾਂ ਆਪਾਂ ਕਹਿ ਸਕਦੇ ਹਾਂ ਕਿ ਨਾਲੀ ਵਗੈਰਾ ਰੋਡ ਵਾਲੀ ਮਿੱਟੀ ਆਪਾਂ ਸਮਝ ਸਕਦੇ ਹੋ ਤੁਸੀਂ, ਜਿਹਦੇ 'ਚ ਜ਼ਿਆਦਾ ਰੋਡ ਹੁੰਦੇ ਆ, ਕਿਉਂਕਿ ਉਹ ਮਿੱਟੀ ਦੇ ਵਿੱਚ ਕੈਮੀਕਲ ਦੀ ਕਮੀ ਹੋਏਗੀ, ਔਰ ਜਿੱਥੇ ਕਰਕੇ ਕਿ ਉਹ ਮਿੱਟੀ ਉਪਜਾਊ ਨਹੀਂ ਹੋਏਗੀ, ਠੀਕ ਹੈ। ਕਿਉਂਕਿ ਜੇ ਤੁਸੀਂ ਪਾਣੀ ਚੱਲ ਗਿਆ ਤਾਂ ਇੱਥੇ ਪਾਣੀ ਬਹੁਤ ਨਜਾਇਜ਼ ਖੜਾ ਰਹੇਗਾ, ਕਿਉਂਕਿ ਹਾਰਵੈਸਟ ਕਰਨ ਵਾਸਤੇ ਕੀ ਹੈ ਨਾ ਕਿ ਜਿਹੜੀ ਸਿੰਚਾਈ ਕਰਾਂਗੇ ਪਾਣੀ ਲੱਗਣਾ ਵੀ ਜ਼ਰੂਰੀ ਹੈ, ਔਰ ਪਾਣੀ ਨੂੰ ਉਹ ਮਿੱਟੀ ਹੈ ਉਹ ਪਾਣੀ ਨੂੰ ਸੋਕ ਵੀ ਲਵੇ। ਇੱਦਾਂ ਦੀ ਜਿਹੜੀ ਧਰਤੀ ਹੋਏਗੀ ਉੱਥੇ ਮੈਕਸਿਮਮ ਕਹਿ ਸਕਦਾ ਮੈਂ ਕਿ ਫਸਲਾਂ ਜ਼ਿਆਦਾ ਹੁੰਦੀਆਂ, ਠੀਕ ਹੈ। ਚਲਿਏ ਅਗਲਾ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ ਤੇ ਕੀ ਜਾਣਕਾਰੀ ਦਿੱਤੀ ਹੈ ਸਾਨੂੰ? 48ਵਾਂ ਕੁਐਸਚਨ ਹੈ, ਦਾ ਸੋਲ ਵਿਚ ਇਜ਼ ਰਿਚ ਇਨ ਆਰਗੈਨਿਕ ਮੈਟਰ, ਮਤਲਬ ਕਿ ਆਰਗੈਨਿਕ ਮੈਟਰ ਦੇ ਵਿੱਚ ਰਿਚ ਕਿਹੜੀ ਹੈ? ਤਾਂ ਤੁਹਾਨੂੰ ਇੱਥੇ ਬੇਸਿਕਲੀ ਫਿਰ ਤੋਂ ਤੁਹਾਨੂੰ 5 ਆਪਸ਼ਨ ਦਿੱਤੇ ਦੋਸਤੋ। ਇਸ ਮਿੱਟੀ ਦੇ ਸੰਬੰਧ 'ਚ ਮੈਂ ਬਹੁਤ ਹੀ ਬਿਹਤਰੀਨ ਸਭ ਤੋਂ ਪਹਿਲੀ ਕਲਾਸ ਦੇ ਚੁੱਕੇ ਹਾਂ। ਸੈਸ਼ਨ ਨਹੀਂ ਦੇਖਿਆ ਹੁਣੇ ਤੁਸੀਂ ਕੰਮ ਕਰੋ, ਸੈਸ਼ਨ ਪੌਜ ਵੀ ਕਰ ਸਕਦੇ ਹੋ, ਉਹ ਜ਼ਰੂਰ ਦੇਖੋ ਜਾਂ ਉਸ ਤੋਂ ਬਾਅਦ ਦੇਖ ਲਿਓ। ਔਰ ਇਹਨਾਂ ਦੀ ਜਿੰਨੀਆਂ ਵੀ ਕਲਾਸਿਸ ਨੇ ਪਲੇਲਿਸਟ 'ਚ ਲਿੰਕ ਮਿਲ ਜਾਣਗੇ। ਔਰ ਧਿਆਨ ਰੱਖੋ ਬਹੁਤ ਇੰਪੋਰਟੈਂਟ ਸੈਸ਼ਨਸ ਕਰਵਾ ਰਿਹਾ ਮੈਂ। ਤਾਂ ਦੋਸਤੋ ਇਹਦਾ ਸਹੀ ਆਨਸਰ ਹੋਏਗਾ ਪੇਟੀ, ਯਾਨੀ ਆਪਸ਼ਨ ਨੰਬਰ 3 ਬਿਲਕੁਲ ਰਾਈਟ ਆਨਸਰ ਹੈ, ਬਿਲਕੁਲ ਇੰਪੋਰਟੈਂਟ ਖੂਬਸੂਰਤ ਹੈ। ਬੇਸਿਕਲੀ ਪੇਟੀ ਸੋਇਲ ਹੈ ਕੀ ਹੈ? ਇਹ ਲਾਰਜ ਕੁਆਂਟੀਟੀ ਹੁੰਦੀ ਹੈ, ਇਹਦੇ 'ਚ ਕੋਈ ਡੈਡ ਆਰਗੈਨਿਕ ਮੈਟਰਸ ਹੁੰਦੇ ਨੇ, ਠੀਕ ਹੈ। ਐਕਿਊਮੂਲੇਟਸ ਆਪਾਂ ਕਹਿ ਸਕਦੇ ਹਾਂ ਇਨ ਦੀਜ਼ ਏਰੀਆ, ਜਿਵੇਂ ਕਿ ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਜਿਵੇਂ ਕਿ ਰਿਚ ਹਿਊਮਸ ਹੁੰਦਾ ਹੈ, ਆਰਗੈਨਿਕ ਕੰਟੇਨ ਟੂ ਦਾ ਸੋਇਲ ਜ਼ਿਆਦਾ ਹੁੰਦਾ ਹੈ, ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਆਰਗੈਨਿਕ ਪੇਟੀ ਸੋਇਲ ਤੁਸੀਂ ਯਾਦ ਰੱਖ ਲਓ, ਇੰਪੋਰਟੈਂਟ ਹੈ, ਠੀਕ ਹੈ। ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਕਿ ਨੈਕਸਟ ਤੁਹਾਨੂੰ ਦੇ ਰੱਖਿਆ ਵਾ, ਐਗਰੀਜ਼ is an e-governance program for the agriculture in agrees I donate for। ਪਹਿਲੀ ਗੱਲ ਤਾਂ ਤੁਹਾਨੂੰ ਪੂਰੇ ਦਾ ਮਤਲਬ ਪਤਾ ਹੋਣਾ ਚਾਹੀਦਾ, ਨੋਟ ਡਾਊਨ ਕਰੋ, ਨੋਟ ਕਰੋ ਹੁਣੇ, ਠੀਕ ਹੈ। ਐਗਰੀਜ਼ ਦਾ ਮਤਲਬ ਕੀ ਹੈ? ਇਹਦਾ ਮਤਲਬ ਹੈਗਾ ਆ ਦਾ ਐਗਰੀਕਲਚਰ, ਠੀਕ ਹੈ। ਔਰ ਆਰ ਦਾ ਮਤਲਬ ਕੀ ਹੈਗਾ? ਰਿਸੋਰਸਸ। ਔਰ ਆਈ ਦਾ ਮਤਲਬ ਹੈ ਇਨਫੋਰਮੇਸ਼ਨ, ਔਰ ਐਸ ਦਾ ਮਤਲਬ ਹੈ ਸਿਸਟਮ, ਠੀਕ ਹੈ। ਇਹ ਕੀ ਹੈ? ਇਜ਼ ਐਨ ਈ ਗਵਰਨੈਂਸ ਪ੍ਰੋਗਰਾਮ ਹੈਗਾ, ਕਾਹਦੇ ਵਾਸਤੇ? ਫੋਰ ਮੈਂ ਕਹਿ ਸਕਦਾ ਕਿ ਫੋਸਟਰਿੰਗ ਐਗਰੀਕਲਚਰ ਗਰੋਥ, ਪਾਵਰਟੀ ਰਿਡਕਸ਼ਨ ਐਂਡ ਦਾ ਸਸਟੇਬਲ ਰਿਸੋਰਸਿਸ ਯੂਜ ਇਨ ਇੰਡੀਆ। ਬੇਸਿਕਲੀ ਇਹਦਾ ਬਣਿਆ ਹੋਇਆ ਕਿਸ ਦੁਆਰਾ ਬਣਿਆ ਹੋਇਆ? DCA, ਬਲਕਿ DAC। ਡੀ ਦਾ ਮਤਲਬ ਹੈ ਡਿਪਾਰਟਮੈਂਟ ਆਫ ਐਗਰੀਕਲਚਰ ਐਂਡ ਕਾਰਪੋਰੇਸ਼ਨ ਦੁਆਰਾ ਬਣਿਆ। ਆਈ ਥਿੰਕ ਤੁਹਾਨੂੰ ਇਹਦੇ ਬਾਰੇ ਵੀ ਪਤਾ ਚੱਲ ਗਿਆ ਹੋਏਗਾ। ਤੇ ਇਹਦਾ ਸਹੀ ਆਪਸ਼ਨ ਹੋਏਗਾ ਇਨਫੋਰਮੇਸ਼ਨ, ਯਾਨੀ ਬਿਲਕੁਲ ਰਾਈਟ ਨੰਬਰ, ਆਪਸ਼ਨ ਨੰਬਰ ਦੂਜਾ ਟਿਕ ਟਾਕ ਕਰ ਦੋ, ਠੀਕ ਠਾਕ ਹੈ, ਠੀਕ ਹੈ। ਚਲਿਏ ਬਈ ਨੈਕਸਟ ਕੁਐਸਚਨ ਤੇ ਦੇਖ ਲੈਂਦੇ ਆਪਾਂ ਕੀ ਜਾਣਕਾਰੀ ਮਿਲੀ ਹੈ। ਵਿਚ ਬ੍ਰਾਂਚ ਆਫ ਐਗਰੀਕਲਚਰ ਇਜ਼ ਰਿਲੇਟਡ ਵਿਦ ਸਿਲਕ, ਤਾਂ ਇਹਦਾ ਆਨਸਰ ਕੀ ਹੋਏਗਾ? ਇੱਥੇ ਤੁਹਾਨੂੰ ਦੇਖੋ ਸਿਲਕ ਦੇ ਸੰਬੰਧ 'ਚ ਕਿਹੜੀ ਐਗਰੀਕਲਚਰ ਹੈ, ਤਾਂ ਇਹਦਾ ਆਨਸਰ ਜੋ ਹੋਏਗਾ ਸੈਰੀਕਲਚਰ, ਬਿਲਕੁਲ ਨੋਟ ਡਾਊਨ ਕਰ ਸਕਦੇ ਹੋ, ਸੈਰੀਕਲਚਰ ਨੋਟ ਡਾਊਨ ਕਰ ਸਕਦੇ ਹੋ। ਸੈਰੀਕਲਚਰ ਕੀ ਹੈ ਕਿ ਇੱਕ ਐਗਰੋ ਬੇਸ ਇੰਡਸਟਰੀ ਹੈਗੀ ਹੈ। इट इन्वॉल्व्स द रेयरिंग ऑफ सिल्क वर्म्स है ना, सिल्क वर्म प्रोडक्शन ऑफ द रॉ सिल्क है, तो बेसिकली सैरीकल्चर तुसी नोट डाउन कर सकते हो। चलिए अगला क्वेश्चन देखते हैं आप, क्वेश्चन नंबर है 51। ਨੈਕਸਟ ਹੈਗਾ ਕਿ ਜਲ ਲਹਿਰੀ ਇਜ਼ ਏ ਵੈਰਾਈਟੀ ਆਫ ਵਿਚ ਕ੍ਰੌਪ, ਮਤਲਬ ਕਿਹੜੀ ਕ੍ਰੌਪ ਦਾ ਆ। ਇੱਕ ਤੁਸੀਂ ਇਹ ਵੀ ਯਾਦ ਰੱਖੋਗੇ ਕਿ ਜੇ ਆਪਾਂ ਨੂੰ ਪੁੱਛਿਆ ਜਾਂਦਾ ਕਿ ਰਾਈਸ 201 ਕਿਹਦੇ ਦੁਆਰਾ ਮਤਲਬ ਕਿ ਪ੍ਰੋਡਿਊਸ ਕੀਤਾ ਗਿਆ, ਮਤਲਬ ਖੋਜ ਕੀਤੀ ਗਈ ਇਹਦੇ ਬਾਰੇ, ਤੇ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਪੰਜਾਬ ਸੂਬੇ ਚੋਂ ਕਿਹੜੀ ਯੂਨੀਵਰਸਿਟੀ ਦਾ ਨਾਮ ਹੈ, ਜੋ ਵੀ ਮੈਨੂੰ ਡਿਟੇਲ ਦੱਸਣੀ ਹੈ ਤੁਸੀਂ, ਠੀਕ ਹੈ। ਚਲਿਏ ਜਲ ਲਹਿਰੀ ਦੀ ਗੱਲ ਕਰਦੇ ਹਾਂ, ਵੈਰਾਈਟੀ ਆਫ ਵਿਚ ਕ੍ਰੌਪ ਕਿਹੜੀ ਕ੍ਰੌਪ ਦੀ ਹੈ, ਤੇ ਜਲ ਲਹਿਰੀ ਬੇਸਿਕਲੀ ਹੈ ਕਿ ਜਲ ਪੇੜੀ, ਮਤਲਬ ਆਪਾਂ ਕਹਿ ਦਾਂਗੇ ਪੇੜੀ, ਠੀਕ ਹੈ, ਝੋਨੇ ਵਾਸਤੇ ਹੈ, ਤੁਸੀਂ ਨੋਟ ਡਾਊਨ ਕਰ ਸਕਦੇ ਹੋ। ਬੇਸਿਕਲੀ ਜਲ ਵੈਰਾਈਟੀ ਦੀ ਗੱਲ ਕਰਦੇ ਹਾਂ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਸੰਬਾ, ਮਹਿਸੂਰੀ, ਠੀਕ ਹੈ, ਜਲਪ੍ਰਿਆ ਜਾਂ ਜਲ ਨੀਧੀ ਜਾਂ ਜਲ ਲਹਿਰੀ, ਇਹ ਤੁਸੀਂ ਯਾਦ ਰੱਖ ਸਕਦੇ ਹੋ, ਇਹ ਵੈਰਾਈਟੀ ਹੈ, ਠੀਕ ਹੈ, ਪੇੜੀ ਦੀ।
चलो ਇਹਦੀ ਜਾਣਕਾਰੀ ਤੁਹਾਨੂੰ ਇੱਥੇ ਵੀ ਮਿਲ ਜਾਏਗੀ, ਤੁਸੀਂ ਇਹ ਵੀ ਨੋਟ ਡਾਊਨ ਕਰ ਸਕਦੇ ਹੋ, ਸਾਰੇ ਫੈਕਟਸ ਮਿਲ ਜਾਣਗੇ। ਦੋਸਤੋ ਪੰਜਾਬ ਪਟਵਾਰੀ ਲਈ ਆਨਲਾਈਨ ਮੌਕ ਟੈਸਟ ਸੀਰੀਜ਼ ਤੁਹਾਨੂੰ ਬਾਰ-ਬਾਰ ਦੱਸਿਆ ਜਾ ਰਿਹਾ, ਜੇ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਹੁਣੀ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ, ਇਨਰੋਲ ਕਰ ਸਕਦੇ ਹੋ, ਉੱਥੇ ਤੁਹਾਨੂੰ ਹਜ਼ਾਰਾਂ ਤਰੀਕੇ ਦੇ ਨੋਟਸ ਔਰ ਸਟੱਡੀ ਮਟੀਰੀਅਲ ਅਵੇਲੇਬਲ ਟਾਈਮ ਟੂ ਟਾਈਮ ਕਰਵਾਇਆ ਜਾ ਰਿਹਾ। In India, the first dwarf variety of rice introduced in 1956, 1963, 1966 और 1990 ਹੈ, none of these। ਤੇ ਇਹਦਾ ਆਨਸਰ ਕੀ ਹੋਏਗਾ? ਬਹਰਹਾਲ ਇਹਦਾ ਜੋ ਆਨਸਰ ਹੋਏਗਾ 1966 ਬਿਲਕੁਲ ਰਾਈਟ ਆਨਸਰ ਹੈ, ਬਲਕਿ 63 ਜਿਹੜਾ ਰਾਈਟ ਆਨਸਰ ਹੈ। ਬੇਸਿਕਲੀ ਕੀ ਹੈ ਨਾ 1963 ਹੈ ਕਿ ICAR ਇੰਟਰੋਡਿਊਸਸ ਸੈਵਰਲ, ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਸੈਮੀ ਡਵਾਰਫ, ਜਿਵੇਂ ਕਿ ਸਿਲੈਕਸ਼ਨਸ ਹੋ ਗਿਆ ਫਰੋਮ ਕਿਹਦੇ ਦੁਆਰਾ ਕੀਤੇ ਜਾਂਦੇ? CIMMYT। ਠੀਕ ਹੈ, ਯਾਦ ਰੱਖਣਾ ਹੈ ਕਿ ਇਹਨਾਂ ਨੂੰ ਕਿਹਨੇ ਕੀਤਾ? ਕਲਿਆਣ ਸੋਨਾ ਅਤੇ ਸੋਨਾਲੀਕਾ ਵਰ ਸਿਲੈਕਟਡ ਫਰੋਮ ਥੀਜ਼ ਮਟੀਰੀਅਲ। ਕਿਹੜੇ? ਕਲਿਆਣ ਸੋਨਾ ਅਤੇ ਸੋਨਾਲੀਕਾ। ठीक है, सोनालिका ट्रैक्टर की गल नहीं हो रही, वर सिलेक्टेड फॉर दीज मटीरियल्स। ठीक है, और बेसिकली दोनों चीज़ां याद रखनियां बहुत जरूरी है, इस 1963 की गल है। ठीक है, चलिए नैक्सट क्वेश्चन देख लेने आप। नैक्सट क्वेश्चन अपने को 53 नंबर क्वेश्चन है कि गोल्डन राइस इज ए टाइप ऑफ राइस। ठीक है, विच इज राइस विच इज रिच इन विच विटामिन्स, किहड़े विटामिन लई रिच है ये? ठीक है, राइस की गल है तो राइस बेसिकली गोल्डन राइस है ना, तो यह विटामिन ए है। ठीक है, तो याद रखना है कि विटामिन ए मतलब कि आप अगर पंजाबी हिंदी भाषा च विटामिन पढ़ांगे नो, ये आप कह सकते हैं भरपूर मात्रा के गोल्डन राइस के हुंदा है। ठीक है, चलिए बई अगला क्वेश्चन देखते हैं। फिर नैक्सट क्वेश्चन ते की जानकारी दी जा रही है आपां नूं। नैक्सट क्वेश्चन च आपां नूं जानकारी पूछी जा रही है डैश 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 इज द फस्ट ड्वार्फ द एरोमेटिक यानी नॉन बासमती कह सकते हैं राइस वैरायटी इन इंडिया। तो फिर तो तुहानूं 5 ऑप्शन दिते गए हैं, 5 ऑप्शनां चों तुसीं दसना किहड़ा ऑप्शन राइट है। बेसिकली की है ना कि तुसीं नोट डाउन कर लो, ये वन लाइनर क्वेश्चन बहुत बार पूछा गया है। CR, ठीक है, CR सुगंधन, ठीक है, सुगंधन इज द ड्वार्फ अरोमेटिक यानी नॉन बासमती राइस वैरायटी इन इंडिया हैगा है। ठीक है, बेसिकली की है ਇਹਦੀ ਇੱਕ किस्म है, मतलब 907 है। ठीक है, CR की गल करते हैं तो ਇਹਦੀ एक क्वालिटी ये भी कहा जाता है कि 2616-33-31। ठीक है, बेसिकली की है ना कि ये लगभग 150 दिनों की आप फसल कह सकते हैं। फस्ट ड्वार्फ ऑटोमैटिक नॉन बासमती राइस वैरायटी है, रिसेंटली रिलीज इन द नोटिफाई दैट 2012 के और 2013 की घोषणा की गई सी। और ये जो कल्टीवेशन इरीगेटेड है लेट इकोलॉजी कह सकते हैं मैं छत्तीसगढ़ है, उड़ीसा और आंध्र प्रदेश और गुजरात के होंदा है। ठीक है, चलिए क्वेश्चन नंबर है नैक्सट 55 नंबर क्वेश्चन की गलबात करते हैं कि 55 नंबर सानू पूछा जा रहा है विच कंट्री हैज़ डेवलप्ड ए राइस वैरायटी विच हैज़ ए मैं कह सकते हैं कि वैक्साइन ऑफ ए हेजा वास्ते। ठीक है, तो ये बिल्कुल आंसर सही होएगा। तुसी वैसे आंसर देख चुके हो, मैनू पता है, बड़े चीटर तुसी सारे। जापान इहदा आंसर है। ठीक है, हाँ बिल्कुल ठीक है, जापान ने किया ये बारे। ठीक है, और रिसर्चर सीगे यूनीवर्सिटी ऑफ टोक्यो, जापान की कैपीटल है ना टोक्यो, उतों। चलिए बई अगला क्वेश्चन देख लें आप 56 नंबर क्वेश्चन। हुण नहीं तुहानूं मैं दिखाउंदा आंसर की होएगा। ठीक है, हाँ पढ़ते तुसीं है नहीं, कोई भी पढ़ना बहुत जरूरी है। प्लीज़ स्टडी करना, स्टडी मैक्सीमम टाइम तक कराया करो, जिन्ने भी देर नाइट तक पढ़िया करो। चैट चूट कर दो बंद, जिन्हां नाल चैट करदे हो थोड़ा जिहा घट कर दो। ठीक है, कोई फर्क नहीं पैंदा। एक गल याद रख लियो, किसी शो दे विच किसी ने कहा सी पर मैं नहीं कहता, हुण फिर तुसीं कहोगे जी क्यों कह रहे हो। फस्ट नैक्सट सुपर फाइन सीरीयल इन द वर्ल्ड इज़। ठीक है, वर्ल्ड के विच किहड़ा सीरीयल सब तो ज़्यादा? सीरीयल वो वाला नहीं गा, ये हैगा साडे कोले 1460। किहड़ा आ? बस 1460 मैं कह सकदा बिल्कुल। ये है इंप्रूवड मैं कह सकते हैं कि पूसा बासमती है ना, जो बासमती है उन्होंने कहा जाता है कि पूसा यानी 1460 इसका पूरे वर्ल्ड का संसार का पहला सुपर फाइन ग्रेन एरोमेटिक राइस है, मतलब हाईब्रिड कह सकते हैं आप। ठीक है, हाईब्रिड जो है टिपिकली बासमती क्वालिटी ट्रेड्स ने ये। ठीक है, चलिए अगला क्वेश्चन देख लें आप 57 नंबर से की जानकारी दी है। प्रोडक्टिविटी ऑफ द राइस इज हाईएस्ट इन विच स्टेट ऑफ इंडिया। ठीक है, तो यदा ऑप्शन नंबर किहड़ा होएगा? वेस्ट बंगाल, बिल्कुल राइट आंसर है। प्रोडक्टिविटी ऑफ राइस हाईएस्ट, राइस मतलब सब तो ज़्यादा वेस्ट बंगाल। ठीक है, और गल करते हैं कि इत्थे हाईएस्ट मतलब वेस्ट बंगाल दे विच तकरीबन ये भी याद रखना है कि 150 और 33.68
लगभग 1000 टनस है हर बार ਹੁੰਦਾ। ਦੂਜੇ ਨੰਬਰ ਤੇ ਉੱਤਰ ਪ੍ਰਦੇਸ਼ ਹੈ, ਤੀਜੇ ਨੰਬਰ ਤੇ ਆਂਧਰਾ ਪ੍ਰਦੇਸ਼ ਹੈ। ਚਲੋ ਭਾਈ ਅਗਲੇ ਕੁਐਸਚਨ ਤੇ 58 ਨੰਬਰ ਤੇ ਪਹੁੰਚਦੇ ਹਾਂ ਫਟਾਫਟ, ਠੀਕ ਹੈ। द ब्राउन राइस हैज़ ए सैल्फ लाइफ ऑफ अप्रोक्सीमेटली हाउ मनी मंथ्स। ਜਿਹੜਾ ਬਰਾਊਨ ਰਾਈਸ ਹੈ ਨਾ ਉਹਦੀ ਸੈਲਫ ਲਾਈਫ ਪੁੱਛਿਆ ਗਿਆ ਵੇ ਇੱਥੇ ਅਪਰੋਕਸੀਮੇਟਲੀ ਕਿੰਨੇ ਮਹੀਨਿਆਂ ਦੀ ਹੈ, ਠੀਕ ਹੈ। ਤਾਂ ਆਪਾਂ ਕਹਿ ਸਕਦੇ ਹਾਂ 2.6, ਤਾਂ ਇੱਥੇ ਤੁਸੀਂ ਬਲਕਿ 6 ਮੰਥ, ਠੀਕ ਹੈ, 6 ਮੰਥ ਨੋਟ ਡਾਊਨ ਕਰੋ, 6 ਮੰਥ ਲਈ, ਕਲੀਅਰ ਹੈ। ठीक है, चलिए कि मैं कह सकता कि हरमैटिक स्टोरेज है, ठीक है, रेफ्रिजरेशन एंड फ्रीजिंग इनू सफिशेंटली बनाया जा सकता है फॉर लाइफ टाइम वास्ते, लेकिन बेसिकली 6 मंथ ਲਈ ਇਹਦੀ अप्रोक्सीमेटली आए हुए। चलिए भाई नेक्स्ट क्वेश्चन देख लेने हैं। अगले क्वेश्चन के 59 नंबर ते है, विच ऑफ द फॉलोइंग राइस इज नोन एज ए अनरीच्ड राइस। अनरीच्ड राइस वास्ते तुसी दसना है तुहाडे कोल किहड़ा आंसर बिल्कुल ठीक ठाक होएगा, ठीक होएगा, सही होएगा। तो इहदा जो आंसर होएगा इक्को एक आंसर होएगा जिहदा आंसर तुसी टिक कर सकते हो, वो वाला हैगा आ ब्राउन राइस है, ठीक है, वो वाला हैगा ब्राउन राइस है, ठीक है। ब्राउन राइस बिल्कुल राइट आंसर होएगा इसका, ऑप्शन नंबर चौथा मतलब ब्राउन राइस, बिल्कुल वेरी गुड, बहुत अच्छे गाइस। नोट डाउन कर दिया चलिया करो, स्क्रीनशॉट प्लीज़ ले लिया करो, शेयर कर दिया करो, ठीक है। ब्राउन राइस ने रिटेन मतलब कि इनियर सीड आप कह सकते हैं इसनों, कि आप राइस ब्रेन भी कह सकते हैं बेसिकली इसनों, ब्राउन राइस नूं, ठीक है, और इन अनरीच्ड राइस भी कहा जाता है, ठीक है। चलिए बहुत इंपॉर्टेंट है दोस्तों, तुहाडे कमेंट्स बहुत ज़्यादा आउंदे ने, वेरी एक्सट्रीमली सॉरी यार नहीं रिप्लाई किया जाता कई बारी, और देर नाइट हो जाती है। असी खुद बहुत सारे मॉक टेस्ट बना रहे हैं, जिमें तुहाडे नाल प्रॉमिस कीता सीगा कि तुहानूं एक इहो जिहा प्लेटफॉर्म देवांगे जिथे तुसीं अनलिमिटेड स्टडी कर सकते हो। बहुत सारा मटीरियल तुहानूं रेगूलरली कंटिन्यू दिता जा रहा है। आई होप तुसीं बहुत इंजॉय करोगे, बहुत तुहानूं मज़ा आएगा इस सैशन दे वास्ते, और इदां ही साडी कोशिश ये रहेगी कि तुहाडे नाल मैक्सीमम तो मैक्सीमम और बहुत शानदार टीचर्स जोड़े जाण। दोस्तों 11 बजे क्लास अकाउंट की शुरू की जा रही है। बेसिकली हर एक स्टूडेंट का मैटर उठ के आ रहा सीगा, सर अकाउंट का मसला हल कर दो। अकाउंट वास्ते तुहानूं बेस्ट फैकल्टी देती है, तुसीं सारे लैक्चरस मैक्सीमम तो मैक्सीमम टाइम तक देखने हैं। इंस्टाग्राम, टैलीग्राम, व्हाट्सअप, मैसेंजर, ठीक है, तुहानूं सौं लगनी है नहीं तो जे तुसीं ना शेयर किया। मेरा सैशन चंगा लग रहा है, बस कमेंट दे विच एक प्यार ना लिख दो, आहो, की लिखना है, आहो, बस इन्नी चीज़, ठीक है। सैशन शेयर कर दिया करो, बाकी कोई गल नहीं है, सल्ट लांगे आपां, ठीक है। 60वां नंबर क्वेश्चन तुहानूं दे रखिया, द फस्ट ड्वार्फ वैरायटी ऑफ पेडी इन इंडिया। पहली तुहाडे तो पूछी गई है, ड्वार्फ वैरायटी है, ठीक है, और पेडी दी पूछी गई भारत विच किहड़ी है, तो तुसीं इहदा नाम रख सकते हो जया, ठीक है। तो जया बिल्कुल राइट आंसर है। ये पहली ड्वार्फ वैरायटी ऑफ पेडी हैगी, डिवेलप की गई इन इंडिया इज जया, ठीक है। मैं कह सकदा कि पद्मा एंड जया वर द फस्ट वैरायटी एंड मर्ज फ्रॉम द प्रोग्राम, ठीक है। तो पद्मा भी तुहानूं पूछा जा सकता, तो भी तुसीं नोट डाउन कर सकते हो। दोस्तों इदां ही आपां इंपॉर्टेंट तरीके नाल सारा कंसैप्ट करांगे। जो लास्ट ईयर जीके बुक हैगी है, ठीक है, ਉਹਦੇ ਸੰਬੰਧ ਦੇ ਵਿੱਚ ਹੈ और इंपॉर्टेंट है, बल्कि ਇਹਦੇ ਚ लास्ट ईयर जीके क्वेश्चनस है। लास्ट ईयर जीके बुक नहीं है, थोड़ा जिहा चेंज करांगे असीं, ठीक है, जो पेज कवर गलत है, बल्कि लास्ट ईयर्स जीके क्वेश्चनस बुक है 2020 लेवल असी जारी की है, जिहदे च 1200 MCQ मिलणगे तुहानूं, बहुत ही बेहतरीन है। और ये तुसीं साडी ऑफिशियल वैबसाइट ते जाके पूरी जानकारी बुक बारे लै सकते हो। आई होप तुहानूं अज दा सैशन चंगा लग्या होएगा, कमेंट करके जरूर दसना है। हर सैशन दे विच 20 तो 25 क्वेश्चनस मैं कवर करा रहा, जिस करके स्टूडेंट्स भी बोर नहीं हुंदा। और जे तुसीं चाहुंदे हो कि क्वेश्चनस की लैंथ वधा के सैशन लंबा किया जाए, तद भी तुसीं कमेंट करके दस सकते हो। तो दोस्तों थैंक यू सो मच, तुसीं अपना बेशकीमती समय दिता। तुहाडा दिन बहुत शुभ होवे और मंगलमय होवे। तो मिलते हैं फिर नेक्स्ट, तब तक ख्याल रखो, टेक केयर, बाय बाय।